ਸਤਿ ਸ਼੍ਰੀ ਅਕਾਲ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸਿਮਰਨਜੋਤ ਸਿੰਘ। ਬਹੁਤ ਸਾਰੇ ਵਿਦਿਆਰਥੀ ਬਾਹਰ ਜਾਣ ਦਾ ਸੁਪਨਾ ਜੋ ਲੈ ਰਹੇ ਸੀ, ਇੱਕਦਮ ਕੋਵਿਡ-19 ਕਰਕੇ ਸਾਰੀ ਦੁਨੀਆ ਖੜ ਗਈ ਤਾਂ ਉਹਨਾਂ ਦੇ ਮਨ 'ਚ ਸ਼ਸ਼ੋਪੰਜ ਦੀ ਸਥਿਤੀ ਹੈ ਕਿ ਕੀ ਕੀਤਾ ਜਾਵੇ। ਇਸ ਬਾਰੇ ਗੱਲਬਾਤ ਕਰਦੇ ਹਾਂ। ਸਾਡੇ ਨਾਲ ਪਿਰਾਮਿਡ ਸਰਵਿਸਿਜ਼ ਤੋਂ ਭਵਨੂਰ ਸਿੰਘ ਬੇਦੀ ਸਾਹਿਬ ਨੇ। ਬੇਦੀ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਸਿਮਰਨ, ਸੱਦਾ ਦੇਣ ਲਈ। ਇਸ ਮੰਚ ਤੇ ਕਦੀ ਸੋਚਿਆ ਨਹੀਂ ਸੀ ਕਿ ਆਪਾਂ ਏਦਾਂ ਦੇ ਜਿਹੜੇ ਸ਼ੋਜ਼ ਹੈ ਸਕਾਈਪ ਦੇ ਥਰੂ ਜਾਂ ਡਿਫਰੈਂਟ ਵੀਡੀਓ ਕਾਨਫਰੰਸਿੰਗ ਮੋਡਿਊਲਸ ਦੇ ਥਰੂ ਕਰਾਂਗੇ। ਹਮੇਸ਼ਾ ਅੱਜ ਤੱਕ ਫੇਸ ਟੂ ਫੇਸ ਰੂਬਰੂ ਹੋ ਕੇ ਕੀਤੇ ਆ, ਬਟ ਆਈ ਥਿੰਕ ਦਿਸ ਇਜ਼ ਅ ਨੀਡ ਆਫ ਐਨ ਆਵਰ। ਇਸ ਵੇਲੇ ਦੀ ਲੋੜ ਹੈ ਕਿ ਆਪਾਂ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਕੇ ਰੱਖੀਏ, ਲੋਕਡਾਊਨ ਦਾ ਪਾਲਣਾ ਕਰੀਏ, ਘਰ ਬੈਠੀਏ, ਪਰ ਐਟ ਦ ਸੇਮ ਟਾਈਮ ਜਿਹੜੀ ਜਾਣਕਾਰੀ ਦੇਣ ਦੀ ਜ਼ਰੂਰਤ ਹੈ, ਕਿਉਂਕਿ ਇੰਨੀ ਡਾਇਨਾਮਿਕ ਸਿਚੁਏਸ਼ਨ ਹੈ, ਇੰਨੀ ਛੇਤੀ ਚੀਜ਼ਾਂ ਚੇਂਜ ਹੋ ਰਹੀਆਂ ਤੇ ਟਾਈਮ ਟੂ ਟਾਈਮ ਬੱਚਿਆਂ ਤੱਕ ਜਿਹੜੀ ਚੇਂਜਸ ਆ ਰਹੀਆਂ ਉਹ ਪਹੁੰਚਾਉਣੀਆਂ ਵੀ ਉਨੀ ਜ਼ਰੂਰੀ ਹੈ। ਸੋ ਤੁਹਾਡੇ ਵਰਗੇ ਮਾਧਿਅਮ ਦਾ ਆਪਾਂ ਧੰਨਵਾਦ ਕਰਦੇ ਹਾਂ, ਜਿਹੜੇ ਇਸ ਟਾਈਮ ਤੇ ਵੀ ਕੰਮ ਕਰ ਰਹੇ ਹੈ ਔਰ ਆਪਣੀ ਕਮਿਊਨਿਟੀ ਔਰ ਸੋਸਾਇਟੀ ਤੱਕ ਸਹੀ ਖਬਰਾਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ, ਪਹੁੰਚਾ ਵੀ ਰਹੇ ਆ। ਬੇਦੀ ਸਾਹਿਬ, ਹਾਲਾਤ ਕੀ ਨੇ? ਕਿਉਂਕਿ ਸਟੂਡੈਂਟਸ, ਉਹਨਾਂ ਦੇ ਮਾਪਿਓ, तमाम ਲੋਕ ਜਿਹੜੇ ਵਿਦੇਸ਼ ਜਾਣ ਦੇ ਚਾਹਵਾਨ ਸੀ, ਕਿਉਂਕਿ ਕੋਈ ਆਇਲਸ ਕਰਕੇ ਬੈਠਾ ਸੀਗਾ, ਕਿਸੇ ਨੇ ਕਰਨੀ ਸੀਗੀ, ਅਜੇ ਰਿਜ਼ਲਟਸ ਆਉਣੇ ਸੀਗੇ, ਗਾ ਐਗਜ਼ਾਮ ਹੋਣੇ ਸੀ। ਕੀ ਹਾਲਾਤ ਕੀ ਨੇ ਜੀ ਹੁਣ? ਸਿਮਰਨ ਤੋਂ ਦੇਖੋ, ਇਸ ਵੇਲੇ ਤੇ ਆਲਮੋਸਟ ਸਾਰੀਆਂ ਚੀਜ਼ਾਂ ਸਟੈਂਡ ਸਟਿਲ ਹੀ ਹੈ। ਮਤਲਬ ਜੇ ਤੁਸੀਂ ਕਹੋ ਕਿ ਕੁਝ ਚੱਲਦਾ ਪਿਆ, ਹਾਂ, ਬੱਚੇ ਅਪਲਾਈ ਹਜੇ ਵੀ ਕਰ ਪਾ ਰਹੇ ਆ ਜਿਨ੍ਹਾਂ ਨੇ ਆਇਲਸ ਪਹਿਲੇ ਕੀਤੀ ਹੋਈ ਸੀ। ਯੂਨੀਵਰਸਿਟੀਜ਼ ਹਜੇ ਵੀ ਆਫਰ ਲੈਟਰ ਵਰਕ ਫਰੋਮ ਹੋਮ ਕਰਕੇ ਆਫਰ ਲੈਟਰਸ ਪ੍ਰੋਸੈਸ ਕਰ ਰਹੀਆਂ ਹੈ। ਬੱਚੇ ਆਪਣੀ ਐਪਲੀਕੇਸ਼ਨਸ ਨੂੰ ਅਗਲੀ ਸਟੇਜਸ ਤੇ ਹਜੇ ਵੀ ਮੂਵ ਕਰ ਰਹੇ ਹੈ। ਹਜੇ ਵੀ ਆਨਲਾਈਨ ਪ੍ਰੋਸੈਸਿੰਗ ਚੱਲ ਰਹੀ ਹੈ। ਹਾਲਾਂਕਿ ਪਿਛਲੇ 20-25 ਦਿਨ ਤੋਂ ਕੋਈ ਰਿਜ਼ਲਟ ਆਨਲਾਈਨ ਆਏ ਨਹੀਂ ਹੈ, ਬਟ ਐਮਬੈਸੀ ਨੇ ਬੜੀ ਕਲੀਅਰ ਗੱਲ ਕਹਿਤੀ ਹੈ ਕਿ ਚਾਹੇ ਵੀਜ਼ਾ ਐਪਲੀਕੇਸ਼ਨ ਸੈਂਟਰ ਕਲੋਜ਼ਡ ਹੈ, ਚਾਹੇ ਬਾਇਓਮੈਟ੍ਰਿਕ ਨਹੀਂ ਚੱਲ ਰਹੀ, ਬਟ ਆਨਲਾਈਨ ਵੀਜ਼ਾ ਦੀ ਪ੍ਰੋਸੈਸਿੰਗ ਚੱਲ ਰਹੀ ਹੈ, ਚਲਦੀ ਰਹੇਗੀ। ਸੋ ਇਹ ਇੱਕ ਪੋਜ਼ਿਟਿਵ ਚੀਜ਼ ਹੈ, ਕਿਉਂਕਿ ਅਗਰ ਉੱਥੇ ਕੜੀ ਟੁੱਟ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਕੋਈ ਕੰਮ ਹੀ ਨਹੀਂ ਹੁੰਦਾ। ਸੋ ਇਸ ਲਈ ਗਵਰਨਮੈਂਟ ਆਫ ਕੈਨੇਡਾ ਨੇ ਔਰ ਹੋਰ ਵੀ ਬਥੇਰੀਆਂ ਐਮਬੈਸੀਜ਼ ਨੇ ਆਪਣੀ ਆਨਲਾਈਨ ਪ੍ਰੋਸੈਸਿੰਗ ਜਾਰੀ ਰੱਖੀ ਹੋਈ ਹੈ, ਜਿਸ ਕਰਕੇ ਕਾਲਜਸ ਔਰ ਯੂਨੀਵਰਸਿਟੀਜ਼ ਵੀ ਆਫਰ ਲੈਟਰਸ ਔਰ ਬਾਕੀ ਚੀਜ਼ਾਂ ਪ੍ਰੋਸੈਸ ਕਰ ਰਹੇ ਹੈ ਔਰ ਬੱਚੇ ਪ੍ਰੋਸੀਡ ਕਰ ਰਹੇ। ਹਾਂ, ਉਸ ਵੋਲਿਊਮ 'ਚ ਨਹੀਂ ਹੈ ਕਿਉਂਕਿ ਆਇਲਸ ਦੇ ਟੈਸਟ ਹੀ ਨਹੀਂ ਹੋ ਰਹੇ, ਬਟ ਹਾਂ, ਜਿਨ੍ਹਾਂ ਨੇ ਪਹਿਲੇ ਕੀਤੀ ਹੋਈ ਸੀ ਜਾਂ ਜਿਨ੍ਹਾਂ ਦਾ ਡਿਫਰਲ ਹੋ ਗਿਆ ਸੀ, ਉਹ ਹਜੇ ਵੀ ਅੱਗੇ ਪ੍ਰੋਸੈਸ ਕਰ ਰਹੇ। ਬੇਦੀ ਸਾਹਿਬ, ਮੈਂ ਕੁਝ ਇੰਟਰਵਿਊਜ਼ ਕਈ ਏਜੰਟਸ ਦੀਆਂ ਸੁਣੀਆਂ ਇਹਨਾਂ ਦਿਨਾਂ 'ਚ, ਕਿਉਂਕਿ ਮੌਕਾ ਹੈ ਤਾਂ ਹਰੇਕ ਕੋਈ ਮੌਕੇ ਦਾ ਫਾਇਦਾ ਵੀ ਚੁੱਕ ਰਿਹਾ ਹੈ। ਕਈ ਕਹਿ ਰਹੇ ਕਿ ਵੀਜ਼ਾਸ ਆ ਰਹੇ ਹੈ ਜੀ, ਇਹਦਾ ਸੱਚ ਕੀ ਹੈ ਜੀ? ਸਿਮਰਨ, ਦੇਖੋ, 1 ਅਪ੍ਰੈਲ ਤੋਂ ਬਾਅਦ, ਇਨਫੈਕਟ 5 ਅਪ੍ਰੈਲ ਤੋਂ ਬਾਅਦ ਕੋਈ ਵੀਜ਼ਾ ਪ੍ਰੋਸੈਸ ਨਹੀਂ ਹੋਇਆ ਹੈ ਔਰ ਇਹ ਮੇਰੇ ਆਪਣੇ ਸਟੈਟਸ ਹੈ। ਮੈਂ ਬਹੁਤ ਸਾਰੇ ਕੰਸਲਟੈਂਟਸ ਨਾਲ ਗੱਲ ਕੀਤੀ ਹੈ ਐਂਡ ਦੇ ਆਰ ਆਲਸੋ ਸੇਇੰਗ ਦ ਸੇਮ ਥਿੰਗ। 5 ਅਪ੍ਰੈਲ ਤੋਂ ਬਾਅਦ ਇਨਫੈਕਟ ਗਵਰਨਮੈਂਟ ਨੇ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਸੀ ਕਿ ਇਸ ਵੇਲੇ ਸਾਡੀ ਪ੍ਰਾਇੋਰਟੀ ਜਿਹੜੇ ਸਾਡੇ ਰੈਜ਼ੀਡੈਂਟਸ ਜਾਂ ਸਿਟੀਜ਼ਨ ਦੂਜੇ ਮੁਲਕਾਂ 'ਚ ਫਸੇ ਹੋਏ ਹੈ ਉਹਨਾਂ ਨੂੰ ਬਾਹਰ ਕੱਢਣ ਦੀ ਹੈ, ਨਾ ਕਿ ਨਵੀਆਂ ਐਪਲੀਕੇਸ਼ਨ ਪ੍ਰੋਸੈਸ ਕਰਨ ਦੀ। ਬਟ ਨੀਡਲੈਸ ਟੂ ਸੇ, ਆਨਲਾਈਨ ਪ੍ਰੋਸੈਸਿੰਗ ਬੰਦ ਨਹੀਂ ਕੀਤੀ। ਹਜੇ ਵੀ ਜੇ ਤੁਸੀਂ ਚਾਹੋ ਤੇ ਆਪਣੀ ਫਾਈਲ ਆਨਲਾਈਨ ਅਪਲੋਡ ਕਰ ਸਕਦੇ ਹੋ। ਤੁਹਾਨੂੰ ਹਰ ਚੀਜ਼ UCI ਹਰ ਚੀਜ਼ ਉਦਾਂ ਹੀ ਮਿਲਦੀ ਰਹੇਗੀ ਜਿਵੇਂ ਨਾਰਮਲੀ ਮਿਲ ਰਹੀ ਸੀ। ਬਟ 5 ਅਪ੍ਰੈਲ ਤੋਂ ਬਾਅਦ ਵੀਜ਼ਾਸ ਦੇ ਰਿਜ਼ਲਟਸ ਨਹੀਂ ਆ ਰਹੇ ਹੈ। ਸੋ ਲੋਕਡਾਊਨ ਤੋਂ ਬਾਅਦ 20-22 ਮਾਰਚ ਤੋਂ ਬਾਅਦ 5 ਅਪ੍ਰੈਲ ਦੇ ਵਿੱਚ ਵੀਜ਼ੇ ਆਏ ਹੈ, ਸਾਡੇ ਵੀ ਆਏ ਹੈ, ਰਿਜ਼ਲਟ ਕਾਫੀ ਆਏ ਹੈ, ਪੋਜ਼ਿਟਿਵ ਵੀ ਆਏ ਹੈ, ਬਟ 5 ਅਪ੍ਰੈਲ ਤੋਂ ਬਾਅਦ ਆਈ ਹੈਵ ਨਾਟ ਸੀਨ। ਸੋ ਅਗਰ ਕੋਈ ਕਹਿ ਰਿਹਾ ਹੈ ਤੇ ਆਈ ਐਮ ਨਾਟ ਟੂ ਸ਼ੋਰ। ਪਰ ਇਹ ਬੀਵੇਅਰ ਰਹਿਣਾ ਚਾਹੀਦਾ ਜੀ ਤੁਹਾਡੇ ਅਸੀਂ, ਕਿਉਂਕਿ ਸਾਡਾ ਮਕਸਦ ਹੈ ਇਹਨਾਂ ਹਾਲਾਤਾਂ 'ਚ ਲੋਕਾਂ ਤੱਕ ਬਿਲਕੁਲ ਰਾਈਟ ਇਨਫਰ ਪਹੁੰਚਾਉਣਾ। ਸਹੀ ਇਨਫੋ ਉਹਨਾਂ ਤੱਕ ਜਾਣੀ ਚਾਹੀਦੀ ਹੈ। ਜੋ ਕੋਈ ਇਹ ਦਾਅਵਾ ਕਰ ਰਿਹਾ ਤਾਂ ਉਹ ਠੀਕ ਨਹੀਂ। ਅਸੀਂ ਨਾ ਕਿਸੇ ਦਾ ਨਹੀਂ ਲੈ ਰਹੇ, ਪਰ ਜੇ ਕੋਈ ਕਹਿ ਰਿਹਾ ਕਿ ਹੁਣ ਵੀ ਆ ਰਿਹਾ, ਤੁਸੀਂ ਕਹਿ ਰਹੇ ਹੋ ਕਿ ਪ੍ਰੋਸੈਸਿੰਗ ਹੋ ਰਹੀ ਹੈ ਪਰ ਵੀਜ਼ਾ ਇਹਨਾਂ ਦਿਨਾਂ 'ਚ ਨਹੀਂ ਆਇਆ ਕੋਈ। ਹਾਂ, ਸੋ ਜੇ ਕੋਈ ਕਹਿ ਰਿਹਾ ਹੈ ਤੇ ਆਈ ਥਿੰਕ ਅਗਲਾ ਬੰਦਾ ਅਗਰ ਆਪਣਾ ਕੁਝ ਉਹਦੇ ਸਬੂਤ ਦੇ ਸਕਦਾ ਹੈ ਤਾਂ ਪਬਲਿਕ ਨੂੰ ਪਤਾ ਲੱਗਣਾ ਚਾਹੀਦਾ ਹੈ। ਐਟ ਦ ਸੇਮ ਟਾਈਮ ਪਬਲਿਕ ਨੂੰ ਵੀ ਪੁੱਛਣਾ ਚਾਹੀਦਾ ਹੈ ਕਿ ਅਗਰ ਕੋਈ ਵੀਜ਼ਾ ਲੱਗਾ ਤਾਂ ਦਿਖਾਓ ਭਾਈ, ਅਗਰ ਕੋਈ ਰਿਜ਼ਲਟ ਆਇਆ ਤਾਂ ਵੀ ਦੱਸੋ ਭਾਈ। ਤੇ ਇਸ ਕਰਕੇ ਇਟ ਇਜ਼ ਬੈਟਰ ਟੂ ਪ੍ਰੋਬਬਲੀ ਟੇਕ ਇਟ ਕੇਸ ਬਾਈ ਕੇਸ। ਬਟ ਮੋਟੀ ਗੱਲ ਹੈ ਕਿ ਜੇ ਤੁਸੀਂ ਆਪਣੀ ਫਾਈਲ ਐਮਬੈਸੀ ਵਿੱਚ ਲਾਣਾ ਚਾਹੁੰਦੇ ਹੋ ਅੱਜ ਦੀ ਡੇਟ ਵਿੱਚ ਤੇ ਉਹ ਲੱਗ ਰਹੀ ਹੈ, ਰਾਈਟ। ਵੀਜ਼ਾ ਅੱਜ ਨਹੀਂ ਆਊਗਾ, ਕੱਲ ਆ ਜਾਊਗਾ। ਪ੍ਰੋਸੈਸ ਰਿਜ਼ਲਟ ਅੱਜ ਨਹੀਂ ਆਊਗਾ, 1 ਹਫ਼ਤੇ ਰੁਕ ਕੇ ਆ ਜਾਊਗਾ। ਜੋ ਕਿ ਇੰਸਟਰਕਸ਼ਨਸ ਵੀ ਆਈਆਂ ਸੀ ਕਿ ਇਸ ਵੇਲੇ ਪ੍ਰਾਇੋਰਟੀ ਸਿਟੀਜ਼ਨਸ ਦੀ ਹੈ, ਇਸ ਵੇਲੇ ਪ੍ਰਾਇੋਰਟੀ ਰੈਜ਼ੀਡੈਂਟਸ ਦੀ ਹੈ ਜਿਹੜੇ ਇੰਡੀਆ ਵਿੱਚ ਬਾਕੀ ਮੁਲਕਾਂ 'ਚ ਫਸੇ ਹੋਏ ਹੈ। ਸੋ ਉਹ ਯੂਜਲੀ ਉਹ ਟਾਈਮ ਜਿਹੜਾ ਹੈ ਮੇਰੇ ਖਿਆਲ 2-3 ਮਈ ਤੱਕ ਐਂਡ ਹੁੰਦਾ ਹੈ। 2-3 ਮਈ ਤੋਂ ਬਾਅਦ ਯੂ ਵਿਲ ਸੀ ਕਿ ਰਿਜ਼ਲਟਸ ਆਣੇ ਸ਼ੁਰੂ ਹੋਊਗੇ ਜਿਨ੍ਹਾਂ ਬੱਚਿਆਂ ਦੀ ਫਾਈਲਾਂ ਐਮਬੈਸੀ ਦੇ ਅੰਦਰ ਪਈਆਂ ਹੋਈਆਂ ਸੀ। ਬਟ ਦ ਬਿਗ ਕੁਐਸਚਨ ਇਜ਼, ਜਦੋਂ ਤੱਕ ਟਰੈਵਲ ਇੰਡਸਟਰੀ ਸ਼ੁਰੂ ਨਹੀਂ ਹੁੰਦੀ, ਜਦੋਂ ਤੱਕ ਫਲਾਈਟਸ ਆਪਰੇਸ਼ਨਲ ਨਹੀਂ ਹੁੰਦੀਆਂ,
ਤੇ ਇਹ ਸਾਰੀ ਚੀਜ਼ਾਂ ਉਦੋਂ ਤੱਕ ਅਲਟੀਮੇਟਲੀ ਮੂਵ ਨਹੀਂ ਕਰਨਗੀਆਂ। ਸੋ ਮੈਨੂੰ ਜੋ ਲੱਗ ਰਿਹਾ ਹੈ, ਮੇਰਾ ਨਿੱਜੀ ਸੋ ਦਿਸ ਇਜ਼ ਮਾਈ ਓਨ ਥਾਟ ਕਿ ਕੈਨੇਡਾ ਵਿਲ ਓਪਨ ਅਪ ਬਿਕੋਜ਼ ਕੈਨੇਡਾ US ਵੈਸਟਰਨ ਇਕੋਨਮੀਜ਼ ਜਿਹੜੀਆਂ ਹੈਗੀਆਂ ਨਾ ਦੇ ਆਰ ਸੋ ਰਿਲਾਇੰਟ ਔਨ देयर ਪੀਪਲ ਟੂ ਵਰਕ ਐਂਡ ਗੈਟ ਬੈਕ ਟੂ ਨਾਰਮਲਸੀ ਆਫ ਵਰਕ that they have to open up। ਬਟ ਦੇਖਣ ਦੀ ਲੋੜ ਹੈ ਰਹੇਗੀ ਕਿ ਇੰਡੀਆ ਕਿੱਦਾਂ ਕਿੰਨੀ ਛੇਤੀ ਖੋਲਦਾ ਹੈ, ਕਿੰਨੀ ਛੇਤੀ ਆਪਣਾ ਜਿਹੜਾ ਬੈਨ ਹੈ ਟਰੈਵਲ ਉੱਪਰ ਉਹ ਲਿਫਟ ਕਰਦਾ ਹੈ, ਕਿਉਂਕਿ ਉਦੋਂ ਤੱਕ ਕੰਮ ਨਹੀਂ ਅੱਗੇ ਵਧਣਾ ਜਦੋਂ ਤੱਕ ਇਹ ਚੀਜ਼ ਲਿਫਟ ਨਹੀਂ ਹੁੰਦੀ, ਜਦੋਂ ਤੱਕ ਟਰੈਵਲ ਰਿਸਟ੍ਰਿਕਸ਼ਨਸ ਲਿਫਟ ਨਹੀਂ ਹੁੰਦੇ, ਇਹ ਬੈਨ ਨਹੀਂ ਖਤਮ ਹੁੰਦਾ। ਵਿਧੀ ਸਾਹਿਬ, ਬਹੁਤ ਸਾਰੇ ਵਿਦਿਆਰਥੀਆਂ ਦੀ ਜਿਹੜੇ ਵੀਜ਼ਾਸ ਆ ਚੁੱਕੇ ਸੀਗੇ ਪਰ ਆਲ ਆਫ ਅ ਸਡਨ ਬੰਦ ਹੋਣ ਕਰਕੇ ਉਹ ਨਹੀਂ ਜਾ ਪਾ ਰਹੇ, ਅੱਗੋਂ ਜਿਹੜੇ ਕਲਾਸਿਸ ਸੀਗੀਆਂ ਮੰਨ ਲਓ ਨਹੀਂ ਸ਼ੁਰੂ ਹੁੰਦੀਆਂ, ਉਹ ਕੀ ਕਰਨ ਜੀ ਇਹਨਾਂ ਹਾਲਾਤਾਂ 'ਚ? So okay, so let's a quick recap। बहुत अच्छा क्वेश्चन है सिमरन। बेसिकली ਕੀ ਹੈ, ਦੇਖੋ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਹੈ। ਜਿਹੜੇ ਬੱਚਿਆਂ ਦੀ ਰਿਜ਼ਲਟਸ ਆ ਗਏ ਸੀ, ਵੀਜ਼ਾਸ ਆ ਗਏ ਸੀ, ਗਵਰਨਮੈਂਟ ਦੀ ਸਭ ਤੋਂ ਪਹਿਲੀ ਕੈਨੇਡਾ ਗਵਰਨਮੈਂਟ ਨੇ ਵੀ ਬਹੁਤ ਅੱਛਾ ਰੁਖ ਅਪਣਾਇਆ ਹੈ। ਜਿੱਥੇ ਕੁਝ ਕੰਟਰੀਆਂ ਨੇ ਕਹਿਤਾ ਜੀ ਆਪਣੇ ਆਪਣੇ ਮੁਲਕਾਂ 'ਚ ਪਰਤ ਜਾਓ, ਆਪਾਂ ਤੁਹਾਡੀ ਜ਼ਿੰਮੇਵਾਰੀ ਨਹੀਂ ਚੱਕਦੇ, ਆਈ ਡੋਨਟ ਵਾਂਟ ਟੂ ਨੇਮ ਇਟ। ਉੱਥੇ ਕੈਨੇਡਾ ਨੇ ਬੜਾ ਬਿਊਟੀਫੁਲ ਮੈਸੇਜ ਟਾਈਮ ਟੂ ਟਾਈਮ ਸਿਮਰਨ ਦਿੱਤੇ ਹੈ। ਐਂਡ ਮੈਂ ਆਪ ਪਰਸਨਲੀ, ਚਲੋ ਮੇਰਾ ਤਾਂ ਬਿਜ਼ਨਸ ਇੰਟਰਸਟ ਵੀ ਹੈ, ਜਿਨ੍ਹਾਂ ਦਾ ਨਹੀਂ ਵੀ ਹੈ ਉਹ ਵੀ ਕੈਨੇਡਾ ਦੀ ਜਾਂ ਕੈਨੇਡਾ ਦੇ ਸਰਕਾਰ ਦੇ ਫੈਨ ਹੋ ਗਏ, ਕਿਉਂਕਿ ਜਿਹੜੇ ਇਹਨਾਂ ਨੇ ਸਟੈਪ ਚੱਕੇ ਹੈ ਆਪਣੇ ਸਟੂਡੈਂਟਸ ਨੂੰ ਲੈ ਕੇ, ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ, ਉਹ ਬਹੁਤ ਐਪਰੀਸ਼ੀਏਟ ਕਰਨ ਵਾਲੇ ਸਟੈਪਸ ਹੈ। ਸੋ ਸਭ ਤੋਂ ਪਹਿਲੇ ਇਹਨਾਂ ਨੇ ਕਿਹਾ ਕਿ 18 ਮਾਰਚ ਤੱਕ ਜਿਨ੍ਹਾਂ ਦੇ ਵੀਜ਼ੇ ਲੱਗੇ ਆ, ਜੇ ਟਰੈਵਲ ਰਿਸਟ੍ਰਿਕਸ਼ਨਸ ਹਟ ਜਾਂਦੀਆਂ ਹੈ ਤੇ ਉਹ ਬੱਚੇ ਆ ਸਕਦੇ ਆ, ਪਰ ਉਹਨਾਂ ਨੂੰ ਸੈਲਫ ਕੁਆਰੰਟਾਈਨ ਕਰਨਾ ਪਏਗਾ। ਪਰ ਉਹ ਚੀਜ਼ ਹੁਣ ਹੁੰਦੀ ਦਿਖਦੀ ਨਹੀਂ ਪਈ, ਕਿਉਂਕਿ ਹਜੇ ਤੱਕ 에ਅਰ ਇੰਡੀਆ, 에ਅਰ ਕੈਨੇਡਾ ਵਰਗੀ एयरलाइन ऑपरेटर्स ने, बिगेस्ट एयरलाइन ऑपरेटर्स ने अनाउंस करता है कि जून एंड तक फ्लाइटां नहीं चलनियां। अच्छा, वो भी उन्होंने समझ आ गया। सो सेकंड स्टेप उन्होंने लिया कि जिन्हां दे वीजे लग चुके हैं मई सैशन ਲਈ ਉਹ ਆਨਲਾਈਨ ਆਪਣੀ ਪੜ੍ਹਾਈ ਕਰ ਸਕਦੇ ਆ। तो ਉਸ ਤੋਂ ਬਾਅਦ ਨਾਲ ਹੀ ਉਹਨਾਂ ਨੇ ਅਨਾਉਂਸਮੈਂਟ ਕਰਤੀ ਕਿ ਆਨਲਾਈਨ ਤੁਸੀਂ ਆਫਸ਼ੋਰ ਆਪਣੀ ਕੰਟਰੀ ਵਿੱਚ ਬੈਠ ਕੇ ਅਗਰ ਆਨਲਾਈਨ ਪੜ੍ਹਾਈ ਕਰਦੇ ਵੀ ਹੋ ਤੇ ਉਹ ਵਾਲਾ ਪਾਰਟ ਵੀ ਵਰਕ ਪਰਮਿਟ 'ਚ ਕੰਸੀਡਰ ਹੋਏਗਾ। ਸੋ ਵਰਕ ਪਰਮਿਟ ਪਾਲਿਸੀ ਇੱਕ ਵਾਰੀ ਮੈਂ ਫਟਾਫਟ ਦੱਸਣਾ ਚਾਹਾਂਗਾ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੇ ਹਜੇ ਕੈਨੇਡਾ ਦੇ ਨੋਰਮਸ ਔਰ ਪਾਲਿਸੀਜ਼ ਬਾਰੇ ਜਾਣੂ ਨਹੀਂ ਹੈ। ਕੈਨੇਡਾ ਦੀ ਵਰਕ ਪਰਮਿਟ ਪਾਲਿਸੀ ਕੀ ਕਹਿੰਦੀ ਹੈ ਕਿ ਜੇ ਤੁਸੀਂ ਸਾਲ ਦਾ ਸਰਟੀਫਿਕੇਟ ਲੈ ਰਹੇ ਹੋ ਤੇ ਸਾਲ ਦਾ ਵਰਕ ਵੀਜ਼ਾ ਮਿਲੂਗਾ। ਜੇ 2 ਸਾਲ ਦਾ ਡਿਪਲੋਮਾ ਲੈ ਰਹੇ ਹੋ ਤਾਂ 2 ਸਾਲ ਦਾ ਜਾਂ 3 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਮਿਲੂਗਾ। ਅਗਰ 3-4 ਸਾਲ ਦੀ ਡਿਗਰੀ ਲੈ ਰਹੇ ਹੋ ਤਾਂ 3 ਸਾਲ ਦਾ ਵਰਕ ਵੀਜ਼ਾ ਮਿਲੇਗਾ ਹੀ ਮਿਲੇਗਾ। ਸੋ ਯੂਜੂਅਲੀ ਇਹ ਵਰਕ ਪਰਮਿਟ ਪਾਲਿਸੀ ਨੂੰ ਅਵੇਲ ਕਰਨ ਲਈ ਤੁਹਾਨੂੰ ਕੈਨੇਡਾ ਵਿੱਚ ਜਾ ਕੇ ਪੜ੍ਹਾਈ ਸ਼ੁਰੂ ਕਰਨੀ ਪੈਂਦੀ ਸੀ। ਸੋ ਉਹਨਾਂ ਨੇ ਆਪਣੀ ਪਾਲਿਸੀ, ਐਜੂਕੇਸ਼ਨ ਪਾਲਿਸੀ ਅਮੈਂਡ ਕੀਤੀ, PGWP ਪਾਲਿਸੀ ਅਮੈਂਡ ਕੀਤੀ ਔਰ ਕਹਿਤਾ that ਅਗਰ ਤੁਸੀਂ 50% ਆਫ ਯੋਰ ਕੋਰਸ, 50% ਮੈਂ ਕੈਨੇਡਾ ਦੀ ਗੱਲ ਕਰ ਰਿਹਾ ਖਾਸ ਕਰ, 50% ਆਫ ਯੋਰ ਕੋਰਸ ਅਗਰ ਤੁਸੀਂ ਆਪਣੇ ਨੇਟਿਵ ਮੁਲਕ ਵਿੱਚ ਵੀ ਲੈ ਰਹੇ ਹੋ, ਆਪਣੇ ਮੁਲਕ ਵਿੱਚ ਬੈਠ ਕੇ ਪੜ੍ਹਾਈ ਆਨਲਾਈਨ ਐਜੂਕੇਸ਼ਨ ਲੈ ਰਹੇ ਹੋ, ਉਹ ਵਾਲੀ ਪੜ੍ਹਾਈ ਵੀ ਤੁਹਾਡੀ ਕੰਸੀਡਰ ਹੋਊਗੀ ਟੁਵਰਡਸ ਯੋਰ PGWP। ਸੋ ਅਗਰ ਤੁਹਾਡਾ 2 ਸਾਲ ਦਾ ਡਿਪਲੋਮਾ ਹੈ, ਤੁਸੀਂ ਮਈ ਸੈਸ਼ਨ ਵਿੱਚ ਅਗਰ ਆਨਲਾਈਨ ਡਿਸਟੈਂਸ ਐਜੂਕੇਸ਼ਨ ਸ਼ੁਰੂ ਕਰ ਰਹੇ ਹੋ ਤੇ ਮਈ ਟੂ ਸੈਪਟੈਂਬਰ ਟੂ ਜਨਵਰੀ, ਫੋਰ ਐਗਜ਼ਾਮਪਲ ਤੁਸੀਂ ਜਨਵਰੀ 2021 ਵਿੱਚ ਕੈਨੇਡਾ ਜਾ ਕੇ ਆਪਣੀ ਪੜ੍ਹਾਈ ਸ਼ੁਰੂ ਕਰ ਦਿੰਦੇ ਹੋ। 1 ਸਾਲ ਉੱਥੇ ਲਾਉਣ ਤੋਂ ਬਾਅਦ ਤੁਹਾਨੂੰ 2 ਤੋਂ 3 ਸਾਲ ਦਾ ਵਰਕ ਪਰਮਿਟ ਮਿਲ ਜੂਗਾ, ਵਿਚ ਮੀਨਸ ਕਿ ਇੰਡੀਆ ਵਿੱਚ ਆਨਲਾਈਨ ਐਜੂਕੇਸ਼ਨ ਜਿਹੜੀ ਤੁਸੀਂ ਅਵੇਲ ਕਰੋਗੇ ਥਰੂ ਕੈਨੇਡੀਅਨ ਯੂਨੀਵਰਸਿਟੀ ਔਰ ਕਾਲਜ, ਉਹ ਵੀ ਕੰਸੀਡਰ ਹੋਊਗੀ ਟੁਵਰਡਸ ਅ ਪੋਸਟ ਗ੍ਰੈਜੂਏਟ ਵਰਕ ਪਰਮਿਟ। ਸੋ ਇੱਕ ਬਹੁਤ ਹੀ ਐਪਰੀਸ਼ੀਏਬਲ ਕਦਮ ਸੀ। ਤੀਸਰੀ ਚੀਜ਼, ਵੀ ਵਰ ਵੈਰੀ ਕੰਸਰਨਡ, ਸਾਨੂੰ ਬਹੁਤ ਮਾਪਿਆਂ ਦੇ ਕਾਲਸ ਆ ਰਹੀਆਂ ਸੀਗੀਆਂ, ਸਾਨੂੰ ਵੀ ਐਜ਼ ਅ ਕੰਸਲਟੈਂਟ, ਕਿਉਂਕਿ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿ ਜਿਹੜੇ ਬੱਚੇ ਆਪਾਂ ਭੇਜੇ ਹੈ ਉਹਨਾਂ ਦੀ ਵੈਲ ਬੀਇੰਗ ਔਰ ਉਹ ਕਿੱਦਾਂ ਉੱਥੇ ਇਸ ਵੇਲੇ ਬਿਹੇਵ ਕਰ ਰਹੇ ਹੈ, ਕਿਉਂਕਿ ਯੂਜੂਅਲੀ ਸਾਡੇ ਜਿਹੜੇ ਬੱਚੇ ਆ ਇੱਕ ਦੂਜੇ ਨਾਲ ਕਾਫੀ ਮਿੰਗਲ ਕਰਦੇ ਹੈ ਔਰ ਹੁਣ ਇਸ ਵੇਲੇ ਉੱਥੇ ਲੋਕਡਾਊਨ ਦੇ ਵਿੱਚ ਆਪਣੇ ਘਰਾਂ ਵਿੱਚ ਰਿਸਟ੍ਰਿਕਟ ਹੋ ਕੇ ਬੈਠੇ ਹੋਗੇ ਤੇ ਕਿਤੇ ਮਾਨਸਿਕ ਕੋਈ ਉਹਨਾਂ ਦੇ ਉੱਪਰ ਅਸਰ ਤਾਂ ਨਹੀਂ ਪੈ ਰਿਹਾ, ਆਨਲਾਈਨ ਪੜ੍ਹਾਈ ਸਮਝ ਆ ਰਹੀ ਹੈ ਕਿ ਨਹੀਂ ਆ ਰਹੀ। ਸੋ ਆਪਾਂ ਆਪਣੇ ਜਿੰਨਾ ਵੀ ਸਟਾਫ ਹੈ ਸਾਰਿਆਂ ਨੂੰ ਕਿਹਾ ਕਿ ਕੈਨੇਡਾ ਦੇ ਵਿੱਚ ਆਪਣੇ ਬੱਚਿਆਂ ਨਾਲ ਗੱਲਬਾਤ ਕਰਨੀ ਸ਼ੁਰੂ ਕਰੋ। ਸੋ ਜਦੋਂ ਗੱਲ ਕਰਨੀ ਸ਼ੁਰੂ ਕੀਤੀ ਤੇ ਇਹ ਚੀਜ਼ ਸਾਹਮਣੇ ਆਈ ਕਿ ਕੈਨੇਡਾ ਦੀ ਸਰਕਾਰ ਆਪਣੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਹੈ ਉਹਨਾਂ ਨੂੰ ਵੀ 1250 ਕੈਨੇਡੀਅਨ ਡਾਲਰ ਦੇ ਰਹੀ ਹੈ, 2000 ਕੈਨੇਡੀਅਨ ਡਾਲਰ ਦੇ ਰਹੀ ਹੈ ਘਰ ਬੈਠਿਆਂ ਨੂੰ ਵੀ। ਸੋ ਇਵਨ ਇਫ ਦੇ ਆਰ ਸਿਟਿੰਗ ਐਟ ਹੋਮਸ, they are still availing $2,000 or $1,250 depending ਕਿ ਉਹ ਕਿਹੜੀ ਕੈਟਾਗਰੀ ਚ ਫਾਲ ਕਰਦੇ ਹੈ, ਤਾਂ ਕਿ ਉਹਨਾਂ ਨੂੰ ਸਟ੍ਰੈਸ ਨਾ ਹੋਵੇ, ਰਾਸ਼ਨ ਲਈ ਬਾਹਰ ਜਾਣਾ ਨਾ ਪਵੇ, ਕੰਮਕਾਜ ਦੇ ਚੱਕਰ ਵਿੱਚ ਕਿਤੇ ਵਾਇਰਸ ਲੈ ਕੇ ਨਾ ਆ ਜਾਣ। ਸੋ ਏਦਾਂ ਦੇ ਜਿਹੜੇ ਸਟੈਪਸ ਹੈ that makes you feel
that the government is really doing. ਸਭ ਸਵਾਲ ਇਹ ਹੈ ਕਿ ਜਿਹੜੇ ਹੁਣ ਜਾਣਾ ਚਾਹ ਰਹੇ ਸੀਗੇ, ਜਿਹੜੇ ਇਹ ਤਾਂ ਆਪਾਂ ਗੱਲ ਕਰ ਲਈ ਜਿਨ੍ਹਾਂ ਦੇ ਵੀਜ਼ਾਸ ਆ ਗਏ ਸੀਗੇ, ਜਿਹੜੇ ਤਿਆਰੀ ਸੀਗੇ ਸਟੂਡੈਂਟ, ਹੁਣ ਤੁਸੀਂ ਕਹਿ ਰਹੇ ਹੋ ਕਿ ਵੀਜ਼ਾ ਨਹੀਂ ਆ ਰਿਹਾ ਪਰ ਆਨਲਾਈਨ ਪ੍ਰੋਸੈਸਿੰਗ ਹੋ ਰਹੀ ਹੈ, ਫਾਈਲ ਲਾ ਸਕਦੇ ਨੇ ਉਹ, ਇਹ ਵੀ ਨਹੀਂ ਪਤਾ ਕਿ ਕਦੋਂ ਖੁੱਲਣਾ, ਅਨਸਰਟਨ ਹੈ। ਪਰ ਕੀ ਉਮੀਦ ਹੈਗੀ ਹੈ ਕਿ ਹੁਣ ਜੇ ਉਹ ਆਨਲਾਈਨ ਅਪਲਾਈ ਕਰਦੇ ਆ ਔਰ ਆਉਣ ਵਾਲੇ ਸਮੇਂ 'ਚ ਵੀਜ਼ਾ ਆਉਣ ਦੀ ਕੋਈ ਉਮੀਦ ਹੈਗੀ ਉਹਨਾਂ ਦੀ, ਔਰ ਅਪਲਾਈ ਕਰਨਾ ਕਿਵੇਂ ਹੈ? ਸਿਮਰਨ ਦੇਖੋ ਏਦਾਂ ਹੈ ਦੈਟ ਜਿਹੜਾ ਇੱਕ ਵੀਜ਼ਾ ਦਾ ਪ੍ਰੋਸੈਸ ਹੈ, ਤੁਸੀਂ ਜਦੋਂ ਆਪਣੇ ਡਾਕੂਮੈਂਟਸ ਮੀਟ ਅਪ ਕਰ ਲੈਂਦੇ ਹੋ, ਮਤਲਬ ਅਕੈਡਮਿਕ ਡਾਕੂਮੈਂਟਸ, IELTS, ਫੀਸ, ਮੈਡੀਕਲ, ਹਜੇ ਤਾਂ ਮੈਡੀਕਲ ਵੀ ਨਹੀਂ ਹੋ ਰਿਹਾ। ਜਦੋਂ ਮੈਡੀਕਲ ਸ਼ੁਰੂ ਹੋ ਗਿਆ, ਸਪੋਜ਼ 3 ਮਈ ਤੋਂ ਬਾਅਦ ਲਾਕਡਾਊਨ ਖੁੱਲ ਜਾਂਦਾ ਹੈ, ਮੈਡੀਕਲ ਦੀ ਪਰਮਿਸ਼ਨ ਮਿਲ ਜਾਂਦੀ ਹੈ, ਤੁਸੀਂ ਬੈਂਕਾਂ ਦੇ ਥਰੂ ਫੀਸਾਂ ਟ੍ਰਾਂਸਫਰ ਕਰਾ ਪਾਉਂਦੇ ਹੋ। ਸੋ ਜੇ ਤੁਸੀਂ ਇਹ 4 ਸੈਟ ਆਫ ਡਾਕੂਮੈਂਟ ਕੰਪਲੀਟ ਕਰ ਲੈਂਦੇ ਹੋ, ਹਾਂ ਹੁਣ ਆਇਲਟਸ ਦਾ ਵੀ ਆਲਟਰਨੇਟਿਵ ਆ ਗਿਆ, ਡਿਓਲਿੰਗੋ, ਤੁਸੀਂ ਘਰ ਬੈਠ ਕੇ 1 ਘੰਟੇ ਦੇ ਅੰਦਰ ਟੈਸਟ ਦੇ ਕੇ ਜਿਹਨੂੰ ਐਲੀਜੀਬਲ ਹੋ ਜਾਂਦੇ ਹੋ ਵੀਜ਼ਾ ਅਪਲਾਈ ਕਰਨ ਲਈ। ਆਪਾਂ ਇਹਦੇ ਬਾਰੇ ਡਿਟੇਲ 'ਚ ਗੱਲ ਕਰਾਂਗੇ। ਸੋ ਤੁਸੀਂ ਇਹ 4 ਸੈਟ ਆਫ ਡਾਕੂਮੈਂਟ ਕੰਪਲੀਟ ਕਰ ਲੈਂਦੇ ਹੋ, ਫਾਈਲ ਤੁਸੀਂ ਆਨਲਾਈਨ, ਜਿਵੇਂ ਮੈਂ ਪਹਿਲੇ ਵੀ ਕਿਹਾ, ਆਨਲਾਈਨ ਫਾਈਲ ਲਾ ਸਕਦੇ ਹੋ। ਆਨਲਾਈਨ ਫਾਈਲ ਜਦੋਂ ਲੱਗ ਜਾਂਦੀ ਹੈ, ਜੇ ਵੀਜ਼ਾ ਆ ਜਾਂਦਾ ਹੈ ਤੇ ਉਹ ਤੁਹਾਨੂੰ ਕਹਿੰਦੇ ਆ ਕਿ ਪਾਸਪੋਰਟ ਸਬਮਿਟ ਕਰਾਓ ਔਰ ਬਾਇਓਮੈਟ੍ਰਿਕ ਕਰਾਓ। ਹਾਂ, ਬਾਇਓਮੈट्रिक और पासपोर्ट सबमिशन हजे नहीं हो रही, बट जो यूनिवर्सिटीज और कॉलेजेस कह रहे हैं कि अगर बच्चे का ऑनलाइन वीजा भी आ गया, वो साडियां क्लासां इनरोल कर सकता है, चाहे मई सैशन है चाहे सितंबर सैशन है। तो बहुत बड़ा मूव है। तो इसका मतलब है कि कल की डेट विच सपोज करो कि पासपोर्ट नहीं भी सबमिट होंदे, बायोमैट्रिक नहीं भी शुरू होंदा, क्योंकि इंडिया विच लॉकडाउन या सोशल डिस्टेंसिंग गाइडलाइंस एक्सटेंड हो जांदियां हैं, which means कि बच्चा ऑनलाइन वीजे दे बेसिस ते भी अपनी एजुकेशन ऑनलाइन शुरू कर पाऊगा ते जदों चीज़ां खुल जूगियां उदों पासपोर्ट स्टैंप करवा के जा पाऊगा। आई होप आई आंसर। मेरा सवाल यही सी ਤੁਹਾਨੂੰ ਕਿ ਉਹ ਹੁਣ ਅਪਲਾਈ ਘਰ ਬੈਠ ਕੇ ਅਪਲਾਈ ਕਿਸ ਤਰ੍ਹਾਂ ਕਰ ਸਕਦਾ ਹੈ? ਤੁਸੀਂ ਕਹਿ ਰਹੇ ਹੋ ਕਿ ਆਨਲਾਈਨ ਪ੍ਰੋਸੈਸਿੰਗਸ ਹੋ ਰਹੀਆਂ ਹੈ, ਉਹ ਆਪਣੇ ਤੌਰ ਤੇ ਕਰ ਸਕਦਾ ਹੈ ਜਾਂ ਉਹ ਕੋਈ ਪਲੇਟਫਾਰਮ ਕਿੱਥੇ ਕਰ ਸਕਦਾ ਹੈ ਜੀ? तो जिद्दां वो चल रहा सी काम, एजेंट्स नू अपना डॉक्यूमेंट सबमिट करवा सकता है, एजेंट्स ਉਹਦੇ ਬਿਹਾਫ ਤੇ ਆਫਰ ਲੈਟਰ ਅਪਲਾਈ ਕਰ ਸਕਦਾ ਹੈ। ਸੋ ਜਿੱਦਾਂ ਕੰਮ ਪਹਿਲੇ ਚੱਲ ਰਿਹਾ ਸੀ, ਫਰਕ ਹੈ ਕਿ ਬੱਚਾ ਪਹਿਲੇ ਡਾਕੂਮੈਂਟ ਜਮ੍ਹਾਂ ਕਰਵਾਉਣ ਲਈ ਏਜੰਟ ਦੇ ਆਫਿਸ ਜਾਂਦਾ ਸੀ, ਹੁਣ ਈਮੇਲ ਦੇ ਥਰੂ ਉਹਨੂੰ ਡਾਕੂਮੈਂਟ ਭੇਜ ਰਿਹਾ। ਜੇ ਆਇਲਟਸ ਨਹੀਂ ਕੀਤੀ ਹੋਈ ਤੇ ਆਇਲਟਸ ਦੇ ਟੈਸਟ ਲਈ ਹੋਟਲਾਂ 'ਚ ਜਾ ਕੇ ਪੇਪਰ ਦਿੰਦਾ ਸੀ, ਹੁਣ ਡਿਓਲਿੰਗੋ ਦਾ ਸਹਾਰਾ ਲੈ ਕੇ ਆਨਲਾਈਨ ਟੈਸਟ ਦੇ ਰਿਹਾ। ਇਹ ਥੋੜੀ ਇਹਦੇ ਤੇ ਕਲੈਰਿਟੀ ਦਿਓ ਕਿ ਹੁਣ ਆਇਲਸ ਦੇ ਪੇਪਰ ਨਹੀਂ ਹੋ ਰਹੇ, ਸੈਂਟਰਸ ਹੁਣ ਮੈਨੂੰ ਲੱਗਦਾ ਕਿ ਲੰਮੇ ਸਮੇਂ ਵਾਸਤੇ ਜਦੋਂ ਤੱਕ ਸੋਸ਼ਲ ਡਿਸਟੈਂਸਿੰਗ ਮੇਨਟੇਨ ਰੱਖਣੀ ਪੈਣੀ ਹੈ, 5-5 ਹਜ਼ਾਰ ਬੱਚਾ ਬਾਹਰ ਮਾਪਿਓ ਵੀ ਇਕੱਠਾ ਹੋ ਜਾਂਦਾ ਸੀ ਸੈਂਟਰਾਂ ਦੇ, ਉਹ ਨਹੀਂ ਪੋਸੀਬਲ। ਤਾਂ ਡੂਓਲਿੰਗੋ ਕੀ ਹੈ, ਥੋੜਾ ਇਹਦੇ ਬਾਰੇ ਦੱਸੋ ਕਿ ਕੀ ਉਹਦੇ ਨਾਲ। ਸੋ ਡੂਓਲਿੰਗੋ ਬੇਸਿਕਲੀ ਇੱਕ ਆਨਲਾਈਨ ਟੈਸਟ ਹੈ ਸਿਮਰਨ। basically it is an alternative of other English tests, but Duolingo क्योंकि कनाडा विच जदों तुसी फाइल लगांदे हो, ਆਪਾਂ ਇਸ ਬਾਰੇ ਕਾਫੀ ਗੱਲਬਾਤ ਕਰ ਚੁੱਕੇ ਹਾਂ, ਕੈਨੇਡਾ ਵਿੱਚ ਫਾਈਲ ਲਗਾਉਣ ਦੇ 3 ਤਰੀਕੇ ਹੈ। ਸੋ Duolingo ਦੀ ਇੰਟਰੋਡਕਸ਼ਨ ਦੇਣ ਤੋਂ ਪਹਿਲੇ ਕੈਨੇਡਾ ਫਾਈਲਿੰਗ ਔਰ ਪ੍ਰੋਸੈਸਿੰਗ ਦਾ ਬੈਕਗ੍ਰਾਉਂਡ ਦੱਸਣਾ ਵੀ ਉਹਨਾਂ ਜ਼ਰੂਰੀ ਹੈ। ਕੈਨੇਡਾ ਵਿੱਚ ਜਦੋਂ ਤੁਸੀਂ ਫਾਈਲ ਲਗਾਉਂਦੇ ਹੋ ਤਾਂ 3 ਤਰੀਕੇ ਨਾਲ ਤੁਸੀਂ ਆਪਣੀ ਫਾਈਲ ਐਮਬੈਸੀ ਵਿੱਚ ਲਗਾ ਸਕਦੇ ਹੋ। ਇੱਕ ਪ੍ਰਣਾਲੀ ਹੈ ਜਿਹਨੂੰ ਆਪਾਂ ਕਹਿੰਦੇ ਹਾਂ SDS, ਸਟੱਡੀ ਡਾਇਰੈਕਟ ਸਟ੍ਰੀਮ, ਜਿਹਦੇ ਵਿੱਚ ਆਇਲਟਸ ਵਿੱਚ 6 ਬੈਂਡ ਹਰ ਮੋਡਿਊਲ ਵਿੱਚ ਚਾਹੀਦਾ ਹੈ। ਔਰ SDS ਦੇ ਵਿੱਚ ਫਾਈਲ ਲਾਉਣ ਲਈ ਕੈਨੇਡਾ ਸਰਕਾਰ ਨੇ ਬਹੁਤ ਕਲੀਅਰ ਕੀਤਾ ਕਿ ਆਪਾਂ ਆਇਲਟਸ ਨੂੰ ਹੀ ਸਿਰਫ ਮੰਨਦੇ ਹਾਂ, IELTS ਦੇ ਸਕੋਰਸ ਹੀ ਮੰਨਦੇ ਹਾਂ ਟੂ ਅਪਲਾਈ ਅੰਡਰ SDS, ਜਿਹਦੇ ਵਿੱਚ ਵੀਜ਼ਾ ਦੀ ਪ੍ਰੋਸੈਸਿੰਗ ਫਾਸਟਰ ਹੈ ਔਰ ਰਿਜ਼ਲਟਸ ਬੈਟਰ ਹੈ। ਦੂਸਰੀ ਪ੍ਰਣਾਲੀ ਹੈ, ਦੂਸਰੀ ਸਟ੍ਰੀਮ ਹੈ ਜਨਰਲ, ਜਿਹਦੇ ਵਿੱਚ ਬੱਚਾ ਕੋਈ ਵੀ ਕਿਸੇ ਪ੍ਰਕਾਰ ਦਾ ਵੀ ਇੰਗਲਿਸ਼ ਦਾ ਟੈਸਟ ਲੈ ਕੇ ਅਗਰ ਕਾਲਜ ਐਕਸੈਪਟ ਕਰ ਰਿਹਾ ਹੈ ਉਸ ਇੰਗਲਿਸ਼ ਦੇ ਟੈਸਟ ਨੂੰ, ਤੇ ਉਹਦੇ ਬੇਸਿਸ ਤੇ ਆਪਣੀ ਫਾਈਲ ਐਮਬੈਸੀ ਦੇ ਵਿੱਚ ਲਗਵਾ ਸਕਦਾ ਹੈ। ਇਹ ਹੁਣ ਐਮਬੈਸੀ ਹੈ, ਐਮਬੈਸੀ ਦੇ ਉੱਪਰ ਹੈ ਕਿ ਉਹ ਟੈਸਟ ਨੂੰ ਐਕਨੋਲੇਜ ਕਰਦੀ ਹੈ ਔਰ ਉਹਦਾ ਵੀਜ਼ਾ ਦਿੰਦੀ ਹੈ ਕਿ ਨਹੀਂ ਦਿੰਦੀ। ਤੀਸਰੀ ਕੰਡੀਸ਼ਨ ਹੈ ਯੂਨੀਵਰਸਿਟੀ ਚੈੱਕਲਿਸਟ, ਯੂਨੀਵਰਸਿਟੀ ਪ੍ਰਣਾਲੀ, ਜਿਹਦੇ ਵਿੱਚ ਅਗਰ ਤੁਸੀਂ ਯੂਨੀਵਰਸਿਟੀ ਵਿੱਚ ਫਾਈਲ ਲਗਾਉਂਦੇ ਹੋ ਤੇ ਆਇਲਟਸ ਹੈ ਜਾਂ ਨਹੀਂ ਹੈ, ਇੰਗਲਿਸ਼ ਦਾ ਟੈਸਟ ਆਇਲਟਸ ਦਾ ਹੈ ਜਾਂ ਡਿਓਲਿੰਗੋ ਹੈ ਜਾਂ PTE ਹੈ ਜਾਂ ਟੋਫਲ ਹੈ, ਉਹ ਯੂਨੀਵਰਸਿਟੀ ਡਿਸਾਈਡ ਕਰੇਗੀ ਉਹ ਕਿਹੜਾ ਐਕਸੈਪਟ ਕਰਨਾ ਚਾਹੁੰਦੀ ਹੈ। ਸੋ ਇਸ ਕੰਡੀਸ਼ਨ ਦੇ ਵਿੱਚ ਫਸਟ ਜਿਹੜੀ ਕੰਡੀਸ਼ਨ ਹੈ ਵਿਚ ਇਜ਼ SDS, ਉਹਦੇ ਵਿੱਚ ਹਜੇ ਡਿਓਲਿੰਗੋ ਨੂੰ, ਜੋ ਕਿ ਨਵਾਂ ਇੱਕ ਆਨਲਾਈਨ ਇੰਗਲਿਸ਼ ਟੈਸਟਿੰਗ ਸਿਸਟਮ ਇੰਟਰੋਡਿਊਸ ਹੋਇਆ ਹੈ ਪੋਸਟ ਪੈਂਡੈਮਿਕ ਕੋਵਿਡ ਦੀ ਸਿਚੁਏਸ਼ਨ ਦੇ ਵਿੱਚ, ਜਿਹੜਾ ਆਨਲਾਈਨ ਇੰਗਲਿਸ਼ ਟੈਸਟਿੰਗ ਸਿਸਟਮ ਕਾਲਜਸ ਔਰ ਯੂਨੀਵਰਸਿਟੀਜ਼ ਨੇ ਕੈਨੇਡਾ ਵਿੱਚ ਐਕਸੈਪਟ ਕਰਨਾ ਸ਼ੁਰੂ ਕੀਤਾ ਹੈ ਔਰ ਮਾਈਂਡਡ 100 ਤੋਂ ਉੱਪਰ
colleges और universities ने Duolingo ਦਾ ਟੈਸਟ ਐਕਸੈਪਟ ਕਰਨਾ ਸ਼ੁਰੂ ਕਰ ਦਿੱਤਾ ਹੈ। तो पिरामिड और होर काफी एजेंट्स ने मिलकर यूनिवर्सिटीज और कॉलेजेस ਨੂੰ ਰਿਕੁਐਸਟ ਕਰਨੀ ਸ਼ੁਰੂ ਕੀਤੀ ਕਿ ਇਹ ਟੈਸਟ ਕੰਸੀਡਰ ਕੀਤਾ ਜਾਵੇ ਤਾਂ ਕਿ ਐਪਲੀਕੇਸ਼ਨਸ ਅੱਗੇ ਮੂਵ ਹੋ ਸਕਣ। ਸੋ ਡਿਊਲਿੰਗੋ ਦੇ ਸਹਾਰੇ ਬੱਚਾ ਐਸਡੀਐਸ ਵਿੱਚ ਫਾਈਲ ਨਹੀਂ ਲਾ ਸਕਦਾ ਕਿਉਂਕਿ ਉਹਨੂੰ ਹਜੇ ਇਮੀਗ੍ਰੇਸ਼ਨ ਵੱਲੋਂ ਕਲੀਅਰੈਂਸ ਨਹੀਂ ਮਿਲੀ ਹੈ, ਬਟ ਡੈਫੀਨਿਟਲੀ ਜਨਰਲ ਕੈਟਾਗਰੀ ਵਿੱਚ ਔਰ ਯੂਨੀਵਰਸਿਟੀ ਵਿੱਚ ਅਪਲਾਈ ਕਰ ਸਕਦਾ ਹੈ, ਪ੍ਰੋਵਾਈਡਡ ਯੂਨੀਵਰਸਿਟੀ ਔਰ ਕਾਲਜ ਉਹਨੂੰ ਐਕਸੈਪਟ ਕਰਨ, ਜੋ ਕਿ ਹੁਣ ਕਰ ਰਹੇ ਹੈ। तो ਉਹਦੇ ਟੈਸਟ ਦੇ ਬੇਸ ਤੇ ਉਹ ਅਪਲਾਈ ਕਰ ਸਕਦਾ ਹੈ। ਬਵਨੂਰ ਜੀ ਕਹਿ ਸਕਦੇ ਆ ਕਿ ਹੁਣ ਜਿਹੜੀ ਆਇਲਸ ਕਰਕੇ ਜਾਣਾ ਸੀ, ਆਇਲਸ ਹੋ ਨਹੀਂ ਰਿਹਾ, ਤਾਂ ਡੂਓਲਿੰਗੋ ਕਰਕੇ ਅਪਲਾਈ ਕਰ ਸਕਦਾ ਹੈ ਬੱਚਾ। ਅਪਲਾਈ ਵੀ ਕਰ ਸਕਦਾ ਹੈ ਸਿੰਸ ਸਰਕਾਰੀ ਕਾਲਜਸ ਔਰ ਯੂਨੀਵਰਸਿਟੀਜ਼ ਡੂਓਲਿੰਗੋ ਨੂੰ ਐਕਸੈਪਟ ਕਰ ਰਹੀਆਂ ਹੈ ਤੇ ਮੈਂ ਬਹੁਤ ਪੋਜ਼ਿਟਿਵ ਹਾਂ ਔਰ ਇੰਸਟੀਟਿਊਸ਼ਨਸ ਵੀ ਬਹੁਤ ਪੋਜ਼ਿਟਿਵ ਹੈ ਕਿ ਉਹਨਾਂ ਦੇ ਵੀਜ਼ੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਏਗੀ। ਔਰ ਟੈਸਟ ਬਹੁਤ ਸਿੰਪਲ ਹੈ ਸਿਮਰਨ, ਜਿੱਥੇ $200-250 ਲੱਗ ਜਾਂਦਾ ਸੀ, ਇਸ ਟੈਸਟ ਦਾ ਖਰਚਾ ਟੋਟਲ $50 ਹੈ। 1 ਘੰਟੇ ਚ ਟੈਸਟ ਹੋ ਜਾਂਦਾ ਔਰ ਬੜਾ ਪ੍ਰੈਕਟੀਕਲ ਜਿਹਾ ਇੰਗਲਿਸ਼ ਦਾ ਟੈਸਟ ਹੈ। ਉਹ ਇੰਗਲਿਸ਼ ਜਿਹੜੀ ਆਪਾਂ ਡੇ ਟੂ ਡੇ ਲੈਵਲ ਤੇ ਬੇਸਿਸ ਤੇ ਯੂਜ਼ ਕਰੀਦੀ ਹੈ। ਸੋ ਇਟਸ ਅ ਪ੍ਰੈਕਟੀਕਲ ਟੈਸਟ। ਮੈਂ ਇਨਕਰੇਜ ਕਰਾਂਗਾ ਬੱਚਿਆਂ ਨੂੰ ਇਸ ਮਾਧਿਅਮ ਰਾਹੀਂ, ਡੇਲੀ ਪੋਸਟ ਰਾਹੀਂ, ਕਿ ਜਿਹੜੇ ਸਾਡੇ ਨਾਲ ਇਸ ਸ਼ੋਅ ਨੂੰ ਦੇਖ ਰਹੇ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਟੈਸਟ ਲੈਣ। ਜੇ ਤੁਹਾਡੇ ਅਕੈਡਮਿਕ ਡਾਕੂਮੈਂਟਸ ਕੰਪਲੀਟ ਹੈ ਔਰ ਤੁਸੀਂ ਸਪਟੈਂਬਰ ਸੈਸ਼ਨ ਲਈ ਅਪਲਾਈ ਕਰਨਾ ਚਾਹੁੰਦੇ ਹੋ तो Duolingo एक बहुत अच्छा ऑल्टरनेटिव है जिहदे बेसिस ते तुसी अप्लाई कर सकते हो। यूनिवर्सिटीज और कॉलेजेस एक्सेप्ट कर रहे हैं तो आई एम श्योर एम्बेसी भी एक्सेप्ट करेगा। बवनूर जी आखिरी सवाल है मेरा, बहुत सारे स्टूडेंट्स ने फीसां भरियां होणियां पर हालात एकदम जदों हुण बंद हो गए है, वीजा नहीं आया होना, प्रोसैसिंग च होणियां चीज़ां, तो वो सेफ मान सकते हैं जी उन्हां नूं? 100% सेफ है जी। टू एन एक्सटेंट यूनिवर्सिटीज और कॉलेजेस ने ਇਹ ਵੀ ਕਹਿ ਦਿੱਤਾ ਹੈ ਕਿ ਜੇ ਤੁਹਾਡੇ ਦਿਮਾਗ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਸਟ੍ਰੈਸ ਹੈ ਤੁਸੀਂ ਰਿਫੰਡ ਵੀ ਲੈ ਸਕਦੇ ਹੋ। तो ਇਸ ਕਰਕੇ ਕੋਈ ਪੈਸੇ ਦੀ ਬੱਚਿਆਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਕੈਨੇਡਾ ਜਿੱਥੇ ਹਜ਼ਾਰਾਂ ਲੱਖਾਂ ਡਾਲਰ, ਜਿੱਥੇ ਸਰਕਾਰ ਨੇ 8-10 ਬਿਲੀਅਨ ਡਾਲਰ ਦਾ ਇੰਟਰਨੈਸ਼ਨਲ ਐਜੂਕੇਸ਼ਨ ਨੂੰ ਸਪੋਰਟ ਕਰਨ ਲਈ ਪੈਕੇਜ ਅਨਾਉਂਸ ਕਰ ਦਿੱਤਾ ਹੈ, ਉੱਥੇ ਬੱਚੇ ਦੀ ਹਜ਼ਾਰਾਂ ਡਾਲਰ ਦੀ ਫੀਸ ਨੂੰ ਕੋਈ ਖਤਰਾ ਨਹੀਂ ਹੈ। ਤੁਸੀਂ ਆਪਣਾ ਸੈਸ਼ਨ ਡਿਫਰ ਕਰਾਉਣਾ ਚਾਹੁੰਦੇ ਹੋ ਔਰ ਰੁਕ ਕੇ ਫਾਈਲ ਲਾਣਾ ਚਾਹੁੰਦੇ ਹੋ, ਤੁਸੀਂ ਬੱਚੇ ਆਪਣੀ ਫੀਸ ਵਾਪਸ ਮੰਗਵਾਉਣਾ ਚਾਹੁੰਦੇ ਹੈ, you just have to get in touch with your agent and give them the request। ਮੇਰੀ ਬਸ ਇਹੀ ਅਪੀਲ ਹੈ ਕਿ ਵਾਇਆ ਮੀਡੀਅਮਸ ਦੇ ਰਾਹੀਂ ਅਪਲਾਈ ਕਰਨ ਦੀ ਬਜਾਏ ਜਿਹੜੇ ਏਜੰਟਸ ਆਥੋਰਾਈਜ਼ਡ ਹੈ ਯੂਨੀਵਰਸਿਟੀਜ਼ ਔਰ ਕਾਲਜਸ ਦੇ ਨਾਲ, ਇਸ ਵੇਲੇ ਉਹਨਾਂ ਦੇ ਥਰੂ ਅਪਲਾਈ ਕਰਨ ਨਾਲ ਇੱਕ ਤਾਂ ਟਰਾਂਸਪੇਰੈਂਸੀ ਨਾਲ ਤੁਹਾਡੀ ਐਪਲੀਕੇਸ਼ਨ ਮੂਵ ਹੋਏਗੀ। ਇਹ ਤੋਂ ਚੰਗਾ ਡਾਇਰੈਕਟ ਕਰ ਦਿਓ ਕਾਲਜ ਔਰ ਯੂਨੀਵਰਸਿਟੀ ਨੂੰ ਅਪਲਾਈ, ਬਟ ਵਾਇਆ ਮੀਡੀਅਮਸ ਰਾਹੀਂ ਅਪਲਾਈ ਕਰਨ ਦੀ ਬਜਾਏ ਕਿ ਚਲੋ ਯਾਰ ਇਹ ਮੇਰੇ ਰਿਸ਼ਤੇਦਾਰ ਦਾ ਰਿਸ਼ਤੇਦਾਰੀ 'ਚ ਲੱਗਦਾ ਤਾਂ ਇਹਨੂੰ ਕੇਸ ਫੜਾ ਦੇਵਾਂ, ਉਹ ਕੰਮ ਇਸ ਵੇਲੇ ਨਾ ਕੀਤਾ ਜਾਵੇ। ਆਥੋਰਾਈਜ਼ਡ ਕੰਸਲਟੈਂਟਸ ਪੰਜਾਬ 'ਚ ਕਾਫੀ ਹੈ, ਉਹਨਾਂ ਨੂੰ ਮਿਲੋ। ਹਰ ਇੱਕ ਜਿਹੜੇ ਬੱਚੇ, ਹਰ ਇੱਕ ਏਜੰਟ ਜਿਹਦੇ ਕੋਲ ਲਾਇਸੈਂਸ ਹੈਗਾ, ਉਹ ਜ਼ਰੂਰੀ ਨਹੀਂ ਹੈ ਕਿ ਉਹਦੇ ਕੋਲ ਯੂਨੀਵਰਸਿਟੀ ਕਾਲਜਸ ਦੇ ਕੰਟਰੈਕਟਸ ਹੋਣਗੇ। ਸੋ ਬੜੀ ਵੱਡੀ ਗੱਲ ਹੈ। ਤੁਸੀਂ ਕਰ ਰਹੇ ਹੋ ਜੀ ਆਨਲਾਈਨ, ਤੁਹਾਡਾ ਕੰਮ ਚੱਲ ਰਿਹਾ, ਆਨਲਾਈਨ ਐਪਲੀਕੇਸ਼ਨਸ ਲੈ ਰਹੇ ਹੋ? ਫੁੱਲ ਚੱਲ ਰਿਹਾ ਜੀ। ਇਸ ਵੇਲੇ ਮੇਜਰ ਪ੍ਰਾਇੋਰਟੀ ਹੈ ਬੱਚਿਆਂ ਦੀ ਜਿਨ੍ਹਾਂ ਦੀਆਂ ਫਾਈਲਾਂ ਲੱਗੀਆਂ ਹੋਈਆਂ ਸੀਗੀਆਂ, ਜਿਨ੍ਹਾਂ ਦੀਆਂ ਫੀਸਾਂ ਗਈਆਂ ਹੋਈਆਂ ਸੀਗੀਆਂ। ਪਿਰਾਮਿਡ ਦੀ ਟੀਮ ਦੀ ਇਸ ਵੇਲੇ ਮੈਕਸਿਮਮ ਪ੍ਰਾਇੋਰਟੀ ਹੈ ਉਹਨਾਂ ਨੂੰ ਸਰਵਿਸ ਦੇਣਾ, ਉਹਨਾਂ ਦੇ ਨਾਲ ਰਾਬਤਾ ਰੱਖਣਾ, ਇਨ ਟੱਚ ਰਹਿਣਾ, ਤਾਂ ਕਿ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਸਟ੍ਰੈਸ ਨਾ ਹੋਵੇ। ਬਾਕੀ ਹਾਂ, ਜਿਹੜਾ ਬੱਚਾ ਅਪਲਾਈ ਕਰਨਾ ਚਾਹੁੰਦਾ ਹੈ ਸਤੰਬਰ ਸੈਸ਼ਨ ਲਈ, ਪਿਰਾਮਿਡ ਦਾ ਸਟਾਫ ਘਰੋਂ ਕੰਮ ਕਰ ਰਿਹਾ ਹੈ, ਉਹਨਾਂ ਦੀ ਐਪਲੀਕੇਸ਼ਨ ਪ੍ਰੋਸੈਸ ਕਰ ਰਿਹਾ ਹੈ, ਆਫਰਸ ਵੀ ਆ ਰਹੀਆਂ ਹੈ ਔਰ ਅੱਗੇ ਵੀ ਪ੍ਰੋਸੈਸ ਮੂਵ ਹੋ ਰਿਹਾ ਹੈ। ਬਹੁਤ ਧੰਨਵਾਦ, ਸ਼ੁਕਰੀਆ, ਤੁਸੀਂ ਸਾਨੂੰ ਸਮਾਂ ਦਿੱਤਾ। ਧੰਨਵਾਦ ਸਿਮਰਨ, ਥੈਂਕ ਯੂ ਵੈਰੀ ਮਚ। ਕੋਈ ਖਾਸ ਮੈਸੇਜ, ਕੋਈ ਸੁਨੇਹਾ ਜਿਹੜਾ ਤੁਸੀਂ ਸਟੂਡੈਂਟਸ ਨੂੰ ਦੇਣਾ ਚਾਹੁੰਦੇ ਹੋ? ਸੋ ਸਟੂਡੈਂਟਸ ਤੋਂ ਪਹਿਲਾਂ ਮੈਂ ਇਸ ਵੇਲੇ ਮੈਸੇਜ ਉਹਨਾਂ ਦੇ ਮਾਪਿਆਂ ਨੂੰ ਦੇਣਾ ਚਾਹਾਂਗਾ, ਮਾਪਿਆਂ ਨੂੰ ਪੰਜਾਬ ਵਿੱਚ ਔਰ ਅਰਾਊਂਡ ਦਾ ਗਲੋਬ ਜਿਨ੍ਹਾਂ ਦੇ ਬੱਚੇ ਕੈਨੇਡਾ ਵਿੱਚ ਬੈਠੇ ਹੋਏ ਹੈ, ਕਿਉਂਕਿ ਆਪਣਾ ਜਿਗਰ ਦਾ ਟੁਕੜਾ ਜਦੋਂ ਆਪਣੇ ਘਰੋਂ ਬਾਹਰ ਏਦਾਂ ਦੀ ਪੈਂਡੇਮਿਕ ਵਿੱਚ, ਮਹਾਮਾਰੀ ਵਿੱਚ ਹੋਵੇ ਤੇ ਹਰ ਵੇਲੇ ਧੜਕੂ ਲੱਗਾ ਰਹਿੰਦਾ ਹੈ, ਸਟ੍ਰੈਸ ਰਹਿੰਦਾ, ਟੈਨਸ਼ਨ ਰਹਿੰਦੀ ਹੈ। ਮੈਂ ਸਿਰਫ ਐਜ਼ ਅ ਕੰਸਲਟੈਂਟ ਵੱਡਾ ਮੂੰਹ ਮਤਲਬ ਗੱਲ ਹੋਏਗੀ, ਛੋਟਾ ਮੂੰਹ ਵੱਡੀ ਗੱਲ ਹੋਏਗੀ, ਦੈਟ ਏਦਾਂ ਦੀ ਸਟੇਟਮੈਂਟ ਦੇਣਾ। ਬਟ ਐਟ ਦ ਸੇਮ ਟਾਈਮ ਇਟ ਇਜ਼ ਮਾਈ ਮੋਰਲ ਡਿਊਟੀ ਟੂ ਅਸ਼ੋਰ ਦ ਪੇਰੈਂਟਸ ਕਿ ਤੁਹਾਡੇ ਬੱਚੇ ਉੱਥੇ ਬਿਲਕੁਲ ਸੇਫ ਹੈ। ਸਰਕਾਰ ਪੂਰੀ ਹੈਲਪ ਕਰ ਰਹੀ ਹੈ, ਬਹੁਤ ਸਾਰੀ ਸਿੱਖ ਆਰਗੇਨਾਈਜੇਸ਼ਨਸ, ਗੁਰਦੁਆਰਾਸ ਬੱਚਿਆਂ ਦੀ ਸਪੋਰਟ ਵਿੱਚ ਉੱਥੇ ਉਤਰੇ ਹੈ। ਸੋ ਕਿਸੇ ਪ੍ਰਕਾਰ ਦਾ ਬੱਚਿਆਂ ਨੂੰ ਉੱਥੇ ਕੋਈ ਪ੍ਰੋਬਲਮ ਫੇਸ ਨਹੀਂ ਹੋ ਰਹੀ। ਗਵਰਨਮੈਂਟ ਵੀ ਪੂਰੀ ਸਪੋਰਟ ਕਰ ਰਹੀ ਹੈ ਬਾਈ ਪੇਇੰਗ them the money that they require for their day to day needs। ਜਿਹੜਾ ਰਾਸ਼ਨ ਲਈ ਪੈਸਾ,
ਇੰਟਰਨੈਟ ਦੇ ਕਨੈਕਸ਼ਨ ਲਈ ਪੈਸਾ, ਬਾਕੀ ਚੀਜ਼ਾਂ ਲਈ ਜਿਹੜਾ ਪੈਸਾ ਚਾਹੀਦਾ ਹੁੰਦਾ ਹੈ, ਲੋੜੀਂਦਾ ਪੈਸਾ ਚਾਹੀਦਾ ਹੁੰਦਾ ਹੈ, ਸਰਕਾਰ 1250 ਤੋਂ $2000 ਹਰ ਮਹੀਨੇ ਦਾ ਸਪੋਰਟ ਦਾ ਵਾਅਦਾ ਵੀ ਕਰ ਚੁੱਕੀ ਹੈ ਔਰ ਅਗਲੇ 4 ਮਹੀਨੇ ਲਈ ਵੀ ਵਾਅਦਾ ਕਰ ਚੁੱਕੀ ਹੋਈ ਹੈ। ਬੱਚੇ ਤੁਹਾਡੇ ਉੱਤੇ ਬਿਲਕੁਲ ਸੇਫ ਹੈ, ਸਾਊਂਡ ਹੈ, ਬਿਲਕੁਲ ਵੀ ਮਾਪਿਆਂ ਨੂੰ ਘਬਰਾਉਣ ਦੀ ਲੋੜ ਨਹੀਂ। ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ। ਉਮੀਦ ਹੈ ਕਿ ਤੁਹਾਡੀ ਇਹ ਸਾਰੀ ਇਨਫੋਰਮੇਸ਼ਨ ਮਾਪਿਆਂ ਤੱਕ ਪਹੁੰਚੂਗੀ ਔਰ ਹਾਲਾਤ ਠੀਕ ਹੁੰਦੇ ਹੀ ਸਭ ਕੁਝ ਠੀਕ ਹੁੰਦਾ ਹੈ ਤਾਂ ਲੋਕ ਫਿਰ ਦੁਬਾਰਾ ਫਲਾਈਟਾਂ ਫੜ ਕੇ ਜਾ ਸਕਣਗੇ। ਮੈਂ ਵੀ ਇਹੀ ਉਮੀਦ ਕਰਦਾ ਹਾਂ ਕਿ ਜਲਦੀ ਤੋਂ ਜਲਦੀ ਇਹ ਪੈਂਡੇਮਿਕ ਓਵਰ ਹੋਵੇ ਔਰ ਆਪਾਂ ਆਪਣੇ ਰੈਗੂਲਰ ਰੂਟੀਨਸ ਵਿੱਚ ਵਾਪਸ ਜਾਈਏ ਔਰ ਸਾਰੇ ਸੇਫ ਐਂਡ ਸਾਊਂਡ ਰਹਿਣ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।